ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮੈਂ ਪਿਛਲੀ ਇੱਕ ਕਥਾ ਵਿੱਚ ਇੱਕ ਅਲੰਕਾਰ ਜਿਹਾ ਸਿਰਜਿਆ ਸੀ ਵੀ ਜੇ ਕੱਪੜੇ ਨੂੰ ਕੋਈ ਖੂੰਗੀ ਤਰੁੰਬ ਲੱਗ ਜਾਏ, ਕੋਈ ਛੋਟਾ ਮੋਟਾ ਕਿਰੋ ਕੱਟ ਲੱਗ ਜਾਏ ਤੇ ਉਹਨੂੰ ਰਫੂ ਕਰ ਲਈਦਾ, ਜੇ ਹੋਰ ਪਾਟ ਜਾਏ ਤੇ ਫਿਰ ਸੀ ਲਈਦਾ, ਤੇ ਜੇ ਕੱਪੜਾ ਲੀਰੋ ਲੀਰ ਹੋ ਜਾਏ ਤੇ ਉਹਦੀਆਂ ਟਾਕੀਆਂ ਨੂੰ ਕਿਵੇਂ ਜੋੜੇ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਟਾਕੀ ਨੂੰ ਕੱਪੜੇ ਦੇ ਕਿਹੜੇ ਟੁਕੜੇ ਨੂੰ ਪਹਿਲਾਂ ਜੋੜਾਂ ਤੇ ਕਿਹੜੇ ਨੂੰ ਬਾਅਦ ਵਿੱਚ ਜੋੜਾਂ। ਬੜੀ ਦਿੱਕਤ ਆਉਂਦੀ ਹੈ। ਤੇ ਹੌਲੀ ਹੌਲੀ ਹੁਣ ਤੇ ਕੱਪੜੇ ਅੱਗੋਂ ਗਾਇਬ ਹੋ ਗਿਆ। ਹੁਣ ਪਹਿਲਾਂ ਕੱਪੜੇ ਨੂੰ ਲੱਭੀਏ ਵੀ ਕੱਪੜਾ ਕਿੱਧਰ ਗਿਆ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਅਸੀਂ ਪੈਰੋਕਾਰ, ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਅਸੀਂ ਜੁੜੇ ਹੋਏ ਲੋਕ, ਸਾਡੇ ਵਿੱਚ ਇੰਨੀਆਂ ਕਮੀਆਂ ਆ ਗਈਆਂ ਕਿ ਸਮਝਾਉਣ ਵਾਲਿਆਂ ਨੂੰ ਸੁੱਝਦੇ ਹੀ ਕੁਝ ਨਹੀਂ ਕਿ ਪਹਿਲਾਂ ਕਿਹੜੀ ਕਮੀ ਦੂਰ ਕਰੀਏ। ਜਿਵੇਂ ਕਿ ਕੱਪੜਾ ਲੀਰੋ ਲੀਰ ਹੋ ਗਿਆ ਹੋਵੇ, ਤੇ ਹੁਣ ਤੇ ਇੰਨੀ ਕਮੀ ਆ ਚੁੱਕੀ ਏ ਕਿ ਸਾਡੇ ਲੋਕਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਮਾਨੋ ਕਿ ਜਿਵੇਂ ਵਿਚਾਰਧਾਰਾ ਅਲੋਪ ਹੀ ਹੋ ਗਈ ਹੋਵੇ। ਸਾਡੀ ਵਿਚਾਰਧਾਰਾ ਉਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸਾਡੇ ਵਿੱਚੋਂ ਇਸ ਤਰ੍ਹਾਂ ਅਲੋਪ ਹੋ ਗਈ ਹੋਵੇ ਜਿਵੇਂ ਸਾਹਮਣਾ ਪਿਆ ਕੱਪੜਾ ਹੀ ਨਾ ਹੋਵੇ ਸਾਡੇ ਸਾਹਮਣੇ। ਤੇ ਗੁਰਸਿੱਖੋ, ਮੈਂ ਇਸ ਕਰਕੇ ਹਰ ਵਾਰ ਮੂਲ ਮੰਤਰ ਜਿਹਨੂੰ ਮੰਗਲਾਚਰਨ ਵੀ ਕਿਹਾ ਹੈ, ਜਿਹਨੂੰ ਉਸ ਹਸਤੀ ਦੀ ਡੈਫੀਨੇਸ਼ਨ ਵੀ ਮੈਂ ਆਖਿਆ ਹੈ, ਉਸ ਹਸਤੀ ਦੀ ਪਹਿਚਾਣ ਵੀ ਮੈਂ ਆਖਿਆ ਹੈ, ਉਹਦਾ ਹਰ ਵਾਰੀ ਉਹਨੂੰ ਖੋਲ੍ਹਣ ਦਾ ਮੇਰਾ ਮਕਸਦ ਸਿਰਫ ਇੰਨਾ ਹੀ ਹੈ ਕਿ ਜੇ ਮੈਂ ਇਹ ਸਿੱਧ ਕਰ ਸਕਿਆ ਕਿ ਗੁਰੂ ਨਾਨਕ ਦੇਵ ਜੀ ਜਿਸ ਹਸਤੀ ਨੂੰ ਮੰਨਦੇ ਨੇ ਔਰ ਉਹਨਾਂ ਆਪ ਦੱਸਿਆ ਹੈ, ਉਹਨਾਂ ਇੰਨੇ ਵਿਸਤਾਰ ਰੂਪ ਵਿੱਚ ਖੁਦ ਦੱਸਿਆ ਹੈ ਕਿ ਮੇਰਾ ਇਹ ਇਸ਼ਟ ਹੈ। ਇਸ ਕਰਕੇ ਸਭ ਤੋਂ ਪਹਿਲੀ ਵਿਚਾਰਧਾਰਾ ਨਾਲ ਜੇ ਅਸੀਂ ਜੁੜ ਗਏ ਤੇ ਉਮੀਦ ਵੱਧ ਜਾਏਗੀ ਕਿ ਉਹ ਸਾਹਮਣਿਓਂ ਗਾਇਬ ਹੋਇਆ ਕੱਪੜਾ ਸ਼ਾਇਦ ਥੋੜ੍ਹਾ ਥੋੜ੍ਹਾ ਨਜ਼ਰ ਆਉਣ ਲੱਗ ਪਿਆ ਹੈ, ਵੀ ਥੋੜ੍ਹੀ ਥੋੜ੍ਹੀ ਸਾਡੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੁਬਾਰਾ ਨਜ਼ਰ ਆਉਣ ਲੱਗ ਪਈ ਏ। ਉਹਨਾਂ ਇੰਨੇ ਵਿਸਤਾਰ ਵਿੱਚ ਦੱਸਿਆ ਕਿ ਉਹ ਹਸਤੀ ਜਿਹਦੇ ਵਰਗਾ ਹੋਰ ਕੋਈ ਨਹੀਂ, ਤੇ ਹੋਵੇ ਵੀ ਕਿਵੇਂ, ਕਿਉਂਕਿ ਉਹ ਆਪਣੇ ਆਪ ਤੋਂ ਆਪ ਪ੍ਰਕਾਸ਼ਵਾਨ ਹੈ। ਕੋਈ ਹੈ ਐਸਾ ਜਿਹੜਾ ਆਪਣੇ ਆਪ ਤੋਂ ਆਪ ਪ੍ਰਕਾਸ਼ਵਾਨ ਹੋਇਆ ਹੋਵੇ? ਉਹ ਅਜੂਨੀ ਹੈ, ਉਹ ਜੂਨਾਂ ਵਿੱਚ ਨਹੀਂ ਹੁੰਦਾ। ਇਸੇ ਕਰਕੇ ਉਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਉਹਦੀ ਹਸਤੀ, ਉਹਦੀ ਹੋਂਦ ਕਦੀ ਖਤਮ ਹੋਣ ਵਾਲੀ ਨਹੀਂ। ਜਿਹੜਾ ਜੂਨ ਵਿੱਚ ਆਵੇਗਾ ਉਹ ਆਪਣੇ ਜੀਵਨ ਸਫਰ ਵਿੱਚ ਹੈ। ਇਹਦੇ ਵਿੱਚ
84 ਲੱਖ ਜੂਨਾਂ ਇਸੇ ਹੀ ਆਪਣੇ ਜੀਵਨ ਸਫ਼ਰ ਵਿੱਚ ਹਨ। ਜਿਵੇਂ ਮਨੁੱਖ ਜਾਤ, ਪਸ਼ੂ ਪਕਸ਼ੀ ਤੇ ਬਨਸਪਤੀ, ਰੁੱਖ ਬੂਟੇ। ਹੁਣ ਰੁੱਖਾਂ ਤੋਂ ਹੀ ਸ਼ੁਰੂ ਕਰੀਏ। ਰੁੱਖ, ਇਹਨਾਂ ਵਿੱਚ ਜਿੰਦ ਹੈ ਨਾ, ਤੇ ਉਸ ਜਿੰਦ ਨੇ ਕਿਹੜੀ ਦੇਹ ਧਾਰਨ ਕੀਤੀ ਹੋਈ ਹੈ? ਰੁੱਖਾਂ ਦੀ। ਤੇ ਰੁੱਖ ਆਪਣੀ ਜੀਵਨ ਯਾਤਰਾ ਵਿੱਚ ਹਨ। ਉੱਗਦਾ ਹੈ, ਵੱਡਾ ਹੁੰਦਾ ਹੈ, ਹੋਰ ਬਿਰਧ ਹੋ ਜਾਂਦਾ ਹੈ, ਆਪੋ ਆਪਣੀ ਉਮਰ ਭੋਗ ਕੇ ਫਿਰ ਹੌਲੀ ਹੌਲੀ ਖਤਮ ਹੋ ਜਾਂਦਾ ਹੈ। ਤੇ ਜੀਵਨ ਜਿਹੜੇ ਖੁਦ ਆਪਣੀ ਜੀਵਨ ਯਾਤਰਾ ਵਿੱਚ ਹਨ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਨੁਸਾਰ ਅਸਾਂ ਨਹੀਂ ਪੂਜਣਾ। ਕਈ ਲੋਕ ਪੁੱਜੀ ਜਾਣ, ਉਹਨਾਂ ਦਾ ਆਪਣਾ ਮਤ ਹੋਏਗਾ, ਲੇਕਿਨ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਉਹ ਇਸ ਜਿਹੜੇ ਦੇਹਧਾਰੀ ਹਨ, ਚਾਹੇ ਉਹ ਰੁੱਖਾਂ ਦੀ ਸ਼ਕਲ ਵਿੱਚ ਹੋਣ। ਕਈ ਤਰ੍ਹਾਂ ਦੇ ਰੁੱਖ ਨੇ ਨਾ ਜਿਨ੍ਹਾਂ ਨੂੰ ਲੋਕੀ ਪੂਜਦੇ ਨੇ, ਪਰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਇਹ ਨਹੀਂ। ਇਸੇ ਤਰ੍ਹਾਂ ਹੀ ਕਈਆਂ ਪਸ਼ੂਆਂ ਨੂੰ, ਕਈਆਂ ਪਕਸ਼ੀਆਂ ਨੂੰ ਲੋਕ ਪੂਜਦੇ ਨੇ। ਇਸੇ ਤਰ੍ਹਾਂ ਹੀ ਬੰਦਿਆਂ ਨੂੰ ਵੀ ਲੋਕ ਪੂਜਦੇ ਨੇ। ਪਰ ਗੁਰੂ ਨਾਨਕ ਦੇਵ ਜੀ ਨੇ ਅੱਗੇ ਜਾ ਕੇ ਕੀ ਆਖਿਆ? ਉਹਨਾਂ ਨੂੰ ਮਨਮੁਖ ਕਿਹਾ ਹੈ। ਸਤਿਗੁਰ ਪੁਰਖ ਵਿਸਾਰ ਕੇ ਮਨਮੁਖ ਹੋਏ ਰਹੇ ਬੰਦੇ ਕਾ ਬੰਦਾ। ਪਰ ਦੂਜੇ ਪਾਸੇ ਕੀ ਹੈ? ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਤੇ ਹੁਣ ਵੇਖ ਲਓ, ਪਰਮਾਤਮਾ ਦਾ ਬੰਦਾ ਬਣਨਾ ਜਾਂ ਬੰਦਿਆਂ ਦਾ ਹੀ ਬੰਦਾ ਬਣਨਾ? ਬੰਦੇ ਦਾ ਹੀ ਬੰਦਾ ਬਣਨਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਬੜਾ ਖੁੱਲ੍ਹ ਕੇ ਦੱਸਿਆ, ਪੂਰੀ ਪਛਾਣ ਦੱਸੀ ਉਸ ਹਸਤੀ ਦੀ ਕਿ ਖੁਦ ਉਹ ਅਪਣਾਇਆ ਤੇ ਦੱਸਿਆ ਕਿ ਇਹ ਮੇਰਾ ਇਸ਼ਟ ਹੈ, ਇਹੀ ਮੇਰਾ ਗੁਰੂ ਹੈ। ਗੁਰਸਿੱਖੋ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਇਸ ਕਰਕੇ ਉਹਦੇ 'ਤੇ ਕਿਸੇ ਚੀਜ਼ ਦਾ ਕੋਈ ਪ੍ਰਭਾਵ ਨਹੀਂ। ਜਿਹੜਾ ਜੂਨਾਂ ਵਿੱਚ ਆਉਂਦਾ ਹੈ ਉਹਨੂੰ ਭੁੱਖ ਵੀ ਲੱਗਦੀ ਹੈ, ਪਿਆਸ ਵੀ ਲੱਗਦੀ ਹੈ, ਹਰ ਚੀਜ਼ ਦਾ ਪ੍ਰਭਾਵ ਹੁੰਦਾ ਉਹਦੇ 'ਤੇ। ਪਰ ਉਹ ਨਿਰਗੁਣ ਸਰੂਪ ਤੇ ਕੋਈ ਕਿਸੇ ਚੀਜ਼ ਦਾ ਪ੍ਰਭਾਵ ਨਹੀਂ। ਭੁੱਖ ਤਰੇ ਖਾਣੇ ਦੀ ਜ਼ਰੂਰਤ ਸਰੀਰ ਨੂੰ ਹੁੰਦੀ ਹੈ, ਹਰ ਦੇਹਧਾਰੀ ਨੂੰ ਹੈ, ਰੁੱਖਾਂ ਨੂੰ ਵੀ ਹੈ, ਪਸ਼ੂਆਂ ਨੂੰ ਵੀ ਹੈ, ਪਕਸ਼ੀਆਂ ਨੂੰ ਵੀ ਹੈ। ਰੁੱਖ ਵੀ ਖੁਰਾਕ ਲੈਂਦੇ ਨੇ, ਪਰ ਉਹ ਇਸ ਤੋਂ ਬਾਹਰ ਹੈ। ਇਸ ਕਰਕੇ ਉਹਦੇ ਵਰਗਾ ਹੋਰ ਕੋਈ ਨਹੀਂ। ਉਹ ਨਿਰਭਉ ਹੈ, ਨਿਰਵੈਰ ਹੈ। ਉਹ ਕਰਤਾ ਪੁਰਖ ਹੈ। ਪੁਰਖ ਨੂੰ ਮੈਂ ਪਿਛਲੀਆਂ ਕਥਾਵਾਂ ਵਿੱਚ ਬੜੀ ਚੰਗੀ ਤਰ੍ਹਾਂ ਖੋਲ੍ਹਿਆ ਹੈ। ਪੁਰਖ ਦਾ ਅਗਲਾ ਅਰਥ ਇਹ ਵੀ ਹੈ ਕਿ ਉਹ ਆਪਣੀ ਕਿਰਤ ਵਿੱਚ ਆਪ ਸਮਾਇਆ ਹੋਇਆ ਹੈ। ਕੋਈ ਹੈ ਐਸਾ ਜਿਹੜਾ ਪਹਿਲਾਂ ਤੇ ਉਹ ਸ੍ਰਿਸ਼ਟੀ ਦਾ ਰਚਨਹਾਰ ਬਣੇ ਔਰ ਫਿਰ ਰਚਨਹਾਰ ਹੋ ਕੇ ਉਹਦੇ ਵਿੱਚ ਆਪ ਸਮਾ ਜਾਏ? ਇਸ ਕਰਕੇ ਉਹਦੇ ਵਰਗਾ ਹੋਰ ਕੋਈ ਨਹੀਂ। ਤੇ ਗੁਰਸਿੱਖੋ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹੀ ਸਮਝਾਇਆ ਕਿ ਉਸ ਇੱਕ ਨੂੰ ਹੀ ਮੰਨਣਾ ਹੈ, ਉਹੀ ਇਸ਼ਟ ਹੈ,
ਉਹ ਖੁਦ ਆਪ ਕਰਕੇ ਦੱਸਿਆ ਸਾਨੂੰ। ਤੇ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਪਾਏ ਹੋਏ ਪੂਰਨਿਆਂ ਤੇ ਹੀ ਪੈਰ ਰੱਖਣੇ ਚਾਹੀਦੇ ਹਨ। ਜੇ ਅਸੀਂ ਇਹ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਸਿਧਾਂਤ ਅਪਣਾ ਲਿਆ ਤੇ ਮੈਂ ਸਮਝਾਂਗਾ ਕਿ ਉਹ ਅਲੋਪ ਹੋਇਆ ਕੱਪੜਾ, ਉਹ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਜੋ ਸਾਡੇ ਵਿੱਚੋਂ ਅਲੋਪ ਹੋ ਗਈ ਹੈ, ਉਹ ਨਜ਼ਰ ਆਉਣ ਲੱਗ ਪਏਗੀ। ਫਿਰ ਬਾਕੀ ਕਮੀਆਂ, ਕੱਪੜਾ ਲੀਰੋ ਲੀਰ ਹੋ ਜਾਏ ਤੇ ਉਹ ਕਮੀਆਂ ਨੇ ਨਾ ਉਹਦੇ ਵਿੱਚ, ਐਵੇਂ ਇੱਕ ਇੱਕ ਕਮੀ ਕਰਕੇ ਸ਼ਾਇਦ ਫਿਰ ਸਾਡੇ ਤੇ ਗੁਰੂ ਦੀ ਮਿਹਰ ਵੀ ਹੋ ਜਾਏਗੀ। ਜਦੋਂ ਉਸ ਪਰਮਾਤਮਾ ਨੂੰ ਅਸੀਂ ਆਪਣਾ ਇਸ਼ਟ ਮੰਨ ਲਾਂਗੇ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਰਕੇ ਦੱਸਿਆ ਕਿ ਮੇਰਾ ਇਸ਼ਟ ਹੋਏ, ਉਹੀ ਮੇਰਾ ਗੁਰੂ ਹੈ, ਫਿਰ ਉਹਦੀ ਕਿਰਪਾ ਨਾਲ ਅਗਲੀਆਂ ਕਮੀਆਂ ਇੱਕ ਇੱਕ ਕਰਕੇ ਦੂਰ ਹੋ ਜਾਣਗੀਆਂ। ਗੁਰੂ ਕਿਰਪਾ ਕਰੇ ਅਸੀਂ ਸਾਰੇ ਹੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਵਿਚਾਰਧਾਰਾ ਨੂੰ ਅਪਣਾਈਏ, ਤਾਂ ਕਿ ਉਹ ਸਾਡੇ ਵਿੱਚੋਂ ਅਲੋਪ ਹੋਈ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਫਿਰ ਥੋੜ੍ਹੀ ਥੋੜ੍ਹੀ ਸੁਰਜੀਤ ਹੋਣ ਲੱਗੇ। ਇਨਸਾਨ ਭੁੱਲਣਹਾਰ ਹੈ, ਗਲਤੀਆਂ ਅਨੇਕਾਂ ਹੀ ਹੋ ਗਈਆਂ ਹੋਣਗੀਆਂ, ਮਾफ़ ਕਰਨਾ। ਸੰਗਤ ਬਹੁਤ ਵਿਸ਼ਾਲ ਹਿਰਦਿਆਂ ਵਾਲੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।